ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਪ੍ਰੇਮ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਨੂੰ ਦੁਬਾਰਾ ਪੜ੍ਹਿਆ ਜਾ ਰਿਹਾ ਹੈ। ਸਿੱਖ ਨੂੰ ਤਾਂ ਉਸ ਪ੍ਰੇਮ ਦੀ ਮਧਰਾ ਦੇ ਪਿਆਲੇ ਨੂੰ ਚਖਣਾ ਚਾਹੀਦਾ ਹੈ ਜੋ ਗੁਰੂ ਜੀ ਵੱਲੋਂ ਉਹਨਾਂ ਦੇ ਹਿਰਦਿਆਂ ਅੰਦਰ ਪਾਇਆ ਜਾਂਦਾ ਹੈ। ਇਸ ਅੰਤਰੀਵ ਅਨੁਭਵ ਵਿੱਚ ਪ੍ਰੇਮ ਤਾਂ ਅਖੁੱਟ ਮਸਤੀ ਦਾ ਰੂਪ ਧਾਰਨ ਕਰ ਜਾਂਦਾ ਹੈ। ਭਾਈ ਗੁਰਦਾਸ ਜੋ ਸਿੱਖ ਮੱਤ ਦੇ ਅਨੰਨ ਸੇਵਕ ਹਨ ਦਾ ਕਥਨ ਹੈ, ਗੁਰੂ ਜੀ ਸਾਨੂੰ ਆਪਣੀ ਮਧਰਾ ਦੀ ਸੁਰਾਈ ਵਿੱਚੋਂ ਇੱਕ ਬੂੰਦ ਬਖਸ਼ ਦਿਓ ਤਾਂ ਜੋ ਅਸੀਂ ਖੁਸ਼ਕ ਨੀਤੀ ਉਪਦੇਸ਼ਕਾਂ ਤੇ ਇਖਲਾਕ ਪ੍ਰਸਤਾਂ ਵਿੱਚ ਨਾ ਗਿਣੇ ਜਾਈਏ। ਹਾਂਜੀ, ਫਿਰ ਦੁਹਰਾ ਦਈਏ, ਭਾਈ ਗੁਰਦਾਸ ਜੀ ਜੋ ਸਿੱਖ ਮੱਤ ਦੇ ਅਨੰਨ ਸੇਵਕ ਹਨ ਦਾ ਕਥਨ ਹੈ, ਗੁਰੂ ਜੀ ਸਾਨੂੰ ਆਪਣੀ ਮਧਰਾ ਦੀ ਸੁਰਾਹੀ ਵਿੱਚੋਂ ਇੱਕ ਬੂੰਦ ਬਖਸ਼ ਦਿਓ ਤਾਂ ਜੋ ਅਸੀਂ ਖੁਸ਼ਕ ਨੀਤੀ ਉਪਦੇਸ਼ਕਾਂ ਤੇ ਇਖਲਾਕ ਪ੍ਰਸਤਾਂ ਵਿੱਚ ਨਾ ਗਿਣੇ ਜਾਈਏ। ਭਾਈ ਵੀਰ ਸਿੰਘ ਜੋ ਸਿੱਖ ਮੱਤ ਦੇ ਮਹਾਨ ਪਥ ਪ੍ਰਦਰਸ਼ਕ ਹਨ, ਆਪਣੀਆਂ ਕਵਿਤਾਵਾਂ ਵਿੱਚ ਅਜਿਹਾ ਹੀ ਕਥਨ ਕਰਦੇ ਹਨ, ਅਜਿਹਾ ਨਾਮ ਰਸੀਆ ਸਿੱਖ ਦੂਜਿਆਂ ਨੂੰ ਸੁੱਖ ਆਰਾਮ ਪਹੁੰਚਾਉਣ ਵਿੱਚ, ਆਪਣੀਆਂ ਤਕੜੀਆਂ ਨਾਲ ਜੀਵਨ ਚੰਗਿਆੜੀਆਂ ਪ੍ਰਦਾਨ ਕਰਨ ਵਿੱਚ, ਆਤਮਾ ਦੀਆਂ ਡੂੰਘਾਣਾਂ ਵਿੱਚੋਂ ਮੁਸਕਾਨ ਵੰਡਣ ਵਿੱਚ ਤੇ ਛੋਟੀਆਂ-ਛੋਟੀਆਂ ਮਿਹਰਬਾਨੀਆਂ ਕਰਨ ਵਿੱਚ ਬੜਾ ਉਦਾਰ ਚਿੱਤ ਤੇ ਹਮਦਰਦ ਹੁੰਦਾ ਹੈ। ਫਿਰ ਦੁਹਰਾ ਦਈਏ, ਭਾਈ ਵੀਰ ਸਿੰਘ ਜੋ ਸਿੱਖ ਮੱਤ ਦੇ ਮਹਾਨ ਪਥ ਪ੍ਰਦਰਸ਼ਕ ਹਨ, ਆਪਣੀਆਂ ਕਵਿਤਾਵਾਂ ਵਿੱਚ ਅਜਿਹਾ ਹੀ ਕਥਨ ਕਰਦੇ ਹਨ, ਅਜਿਹਾ ਨਾਮ ਰਸੀਆ ਸਿੱਖ ਦੂਜਿਆਂ ਨੂੰ ਸੁੱਖ ਆਰਾਮ ਪਹੁੰਚਾਉਣ ਵਿੱਚ, ਆਪਣੀਆਂ ਤਕੜੀਆਂ ਨਾਲ ਜੀਵਨ ਚੰਗਿਆੜੀਆਂ ਪ੍ਰਦਾਨ ਕਰਨ ਵਿੱਚ, ਆਤਮਾ ਦੀਆਂ ਡੂੰਘਾਣਾਂ ਵਿੱਚੋਂ ਮੁਸਕਾਨਾਂ ਵੰਡਣ ਵਿੱਚ ਤੇ ਛੋਟੀਆਂ-ਛੋਟੀਆਂ ਮਿਹਰਬਾਨੀਆਂ ਕਰਨ ਵਿੱਚ ਬੜਾ ਉਦਾਰ ਚਿੱਤ ਤੇ ਹਮਦਰਦ ਹੁੰਦਾ ਹੈ। ਸਿੱਖ ਦੇ ਵਿਸਮਾਦਜਨਕ ਵਿਅਕਤਿਤਵ ਵਿੱਚ ਵਿਭਿੰਨ ਭਾਂਤ ਦੀਆਂ ਸ਼ਖਸੀਅਤਾਂ ਦਾ ਸੁਮੇਲ ਹੋ ਜਾਂਦਾ ਹੈ। ਕੋਈ ਵੀ ਆਚਾਰ ਸੰਗਤਾਂ ਦਾ ਨੁਕਤਾ ਤੇ ਸੇਵਾ ਭਾਵ ਦਾ ਨਿਰਣਾ ਕਰਨ ਵਿੱਚ ਸਹਾਈ ਨਹੀਂ ਹੋ ਸਕਦਾ। ਉਹ ਤਾਂ ਕੁਦਰਤ ਨਾਲ ਪੂਰਨ ਤੌਰ ਤੇ ਇਕਸੁਰ ਹੋ ਜਾਂਦਾ ਹੈ। ਉਸ ਦਾ ਜੀਵਨ ਤਾਂ ਪ੍ਰੇਰਨਾਸ਼ੀਲ ਮਨੋਵੇਗਾਂ ਦੇ ਨਿਰਦੇਸ਼ਾਂ ਅਨੁਸਾਰ ਚੱਲਦਾ ਹੈ। ਭਾਵੇਂ ਉਹ ਹਲ ਵਾਹ ਰਿਹਾ ਹੋਵੇ ਜਾਂ ਰਣ ਖੇਤਰ ਵਿੱਚ ਯੁੱਧ ਕਰ ਰਿਹਾ ਹੋਵੇ, ਰਹੱਸਮਈ ਇੱਛਾ ਸ਼ਕਤੀ ਵਿੱਚੋਂ ਹੀ ਉਹ ਭਾਵਨਾ ਜਨਮ ਲੈਂਦੀ ਹੈ ਜੋ ਉਸ ਨੂੰ ਅੰਤਮ ਰੂਪ ਵਿੱਚ ਆਤਮਿਕ ਸੁਤੰਤਰਤਾ ਦੀ ਪ੍ਰਵਿਰਤੀ ਪ੍ਰਦਾਨ ਕਰਦੀ ਹੈ, ਜੋ ਅੱਗੇ ਜਾ ਕੇ ਉਸ ਨੂੰ ਜੀਵਨ ਵਿੱਚ ਕੋਈ ਕਰਮ ਕਰ ਸਕਣ ਲਈ ਉਤਸ਼ਾਹਿਤ ਕਰਦੀ ਹੈ। ਉਹ ਕਿਸੇ ਵੀ ਨਿਸ਼ਚਿਤ ਤਾਰਕਿਕ ਪੱਧਤੀ ਅਨੁਸਾਰ ਨਹੀਂ ਚੱਲ ਸਕਦਾ, ਨਾ ਹੀ ਕਿਸੇ ਅਜਿਹੇ ਵਿਸ਼ਵ ਵਿਆਪੀ ਪ੍ਰੇਮ ਦੇ ਬੰਧਨਾਂ ਵਿੱਚ ਬੱਝਾ ਹੁੰਦਾ ਹੈ ਜਿਸ ਬਾਰੇ ਪੁਸਤਕਾਂ ਵਿੱਚ ਅਕਾਦਮਿਕ ਚਰਚਾ ਕੀਤੀ ਗਈ ਹੁੰਦੀ ਹੈ। ਉਸ ਦਾ ਜੀਵਨ ਇੱਕ ਸਜੀਵ ਇਕਾਈ ਹੁੰਦਾ ਹੈ ਜਿਸ ਦੇ ਨਿਯਮਾਂ ਨੂੰ ਉਹ ਭਲੀ ਭਾਂਤ ਜਾਣਦਾ ਹੈ। ਟਾਲਸਟਾਏ ਮਨੁੱਖ ਦੇ ਜੀਵਨ ਨੂੰ ਜੁੱਤੇ ਹੋਏ ਘੋੜਿਆਂ ਦੀ ਜੋੜੀ ਜਾਂ ਸਮੂਹ ਨਾਲ ਤੁਲਨਾ ਦਿੰਦਾ ਹੈ, ਜਿਨ੍ਹਾਂ ਨੂੰ ਨਿਰਦੇਸ਼ ਦੇਣ ਵਾਲਾ ਉਹ ਚਾਲਕ ਹੁੰਦਾ ਹੈ ਜਿਸ ਦੇ ਹੱਥਾਂ ਵਿੱਚ ਕਿ ਉਹਨਾਂ ਦੀਆਂ ਰਾਸਾਂ ਹੁੰਦੀਆਂ ਹਨ। ਜਿਹੜੇ ਸੋਚਾਂ ਸੋਚਦੇ ਹਨ ਉਹ ਸਚਿਆਰਾ ਜੀਵਨ ਜੀਉ ਨਹੀਂ ਸਕਦੇ। ਉਹ ਕਈ ਵਾਰ ਸੱਚ ਨੂੰ ਚਿੱਤਰਤਾ ਦਿੰਦੇ ਹਨ, ਉਸ ਨੂੰ ਪ੍ਰਮਾਣਿਤ ਵੀ ਕਰ ਦਿੰਦੇ ਹਨ, ਉਸ ਦੀ ਪ੍ਰਸ਼ੰਸਾ ਵੀ ਕਰ ਸਕਦੇ ਹਨ, ਪਰ ਉਹ ਸੱਚ ਨੂੰ ਜੀਵਨ ਵਿੱਚ ਢਾਲ ਨਹੀਂ ਸਕਦੇ। ਨਿਰੋਲ ਸੋਚਵਾਨ ਤਾਂ ਕੇਵਲ ਸੱਚ ਦਾ ਚਿੱਤਰ ਹੀ ਉਲੀਕਦੇ ਹਨ ਜੋ ਬੜਾ ਮਨੋਹਰ ਲੱਗਦਾ ਹੈ, ਪਰ ਹੁੰਦਾ ਤਾਂ ਇਹ ਨਿਰਜਿੰਦ ਚਿੱਤਰ ਹੀ ਹੈ। ਜਿਹੜੇ ਸਚਿਆਰਾ ਜੀਵਨ ਜੀਉਂਦੇ ਹਨ ਉਹ ਤਾਂ ਆਤਮਿਕ ਅਨੁਭਵ ਦੇ ਖੇਤਰ ਦੇ ਵਿਅਕਤੀ ਹੁੰਦੇ ਹਨ। ਬਹੁਤ ਜ਼ਰੂਰੀ ਨੁਕਤਾ ਹੈ ਜੀ, ਫਿਰ ਦੁਹਰਾ ਦਈਏ, ਜਿਹੜੇ ਸੋਚਾਂ ਸੋਚਦੇ ਹਨ ਉਹ ਸਚਿਆਰਾ ਜੀਵਨ ਜੀਉ ਨਹੀਂ ਸਕਦੇ। ਉਹ ਕਈ ਵਾਰ ਸੱਚ ਨੂੰ ਚਿੱਤਰਤਾ ਦਿੰਦੇ ਹਨ, ਉਸ ਨੂੰ ਪ੍ਰਮਾਣਿਤ ਵੀ ਕਰ ਦਿੰਦੇ ਹਨ, ਉਸ ਦੀ ਪ੍ਰਸ਼ੰਸਾ ਵੀ ਕਰ ਸਕਦੇ ਹਨ, ਪਰ ਉਹ ਸੱਚ ਨੂੰ ਜੀਵਨ ਵਿੱਚ ਢਾਲ ਨਹੀਂ ਸਕਦੇ।
ਨਿਰੋਲ ਸੋਚਵਾਨ ਤਾਂ ਕੇਵਲ ਸੱਚ ਦਾ ਚਿੱਤਰ ਹੀ ਉਲੀਕਦੇ ਹਨ, ਜੋ ਬੜਾ ਮਨੋਹਰ ਲੱਗਦਾ ਹੈ, ਪਰ ਹੁੰਦਾ ਤਾਂ ਇਹ ਨਿਰਜਿਨ ਚਿੱਤਰ ਹੀ ਹੈ। ਜਿਹੜੇ ਸਚਿਆਰਾ ਜੀਵਨ ਜੀਉਂਦੇ ਹਨ, ਉਹ ਤਾਂ ਆਤਮਕ ਅਨੁਭਵ ਦੇ ਖੇਤਰ ਦੇ ਵਿਅਕਤੀ ਹੁੰਦੇ ਹਨ। ਪ੍ਰਭੂ ਤਾਂ ਦਿਨ ਰਾਤ ਗੁਰੂ ਵੱਲ ਤੱਕਣ ਤੋਂ ਬਿਨਾਂ ਹੀ ਸਾਨੂੰ ਰਹਿਣ ਦੀ ਜੁਗਤ ਸੁਝਾ ਸਕਦਾ ਹੈ। ਜਦੋਂ ਅਸੀਂ ਆਪਣੀਆਂ ਲੱਤਾਂ ਬਾਹਾਂ ਦੁਆਰਾ ਪ੍ਰਭੂ ਪ੍ਰੀਤਮ ਦੀ ਕਿਰਤ ਕਰਦੇ ਹਾਂ, ਤਾਂ ਇਹ ਉਸ ਦੀ ਰਜ਼ਾ ਅਨੁਸਾਰ ਰਹਿਣਾ ਹੀ ਹੁੰਦਾ ਹੈ। ਸਭ ਪ੍ਰਕਾਰ ਦੀ ਕਿਰਤ ਕਰਨਾ ਤੇ ਆਪਣਾ ਮੁੜਕਾ ਡੋਲ ਕੇ ਘਾਲ ਕਮਾਉਣਾ ਅੰਤਮ ਰੂਪ ਵਿੱਚ ਅਤੇ ਸਚਿਆਰੇ ਰੂਪ ਵਿੱਚ ਸਮਾਜ ਦੀ ਖਾਤਰ ਅਜਿਹਾ ਕਰਨਾ ਹੀ ਹੁੰਦਾ ਹੈ। ਹਰ ਪ੍ਰਕਾਰ ਦਾ ਲਗਾਤਾਰ ਕੀਤਾ ਗਿਆ ਕੰਮ, ਭਾਵੇਂ ਉਹ ਬੌਧਿਕ ਹੋਵੇ ਜਾਂ ਵਿਗਿਆਨੀ ਵਾਲਾ, ਭਾਵੇਂ ਕਿਰਸਾਨ ਵਾਲਾ ਸਰੀਰਕ ਹੋਵੇ ਜਾਂ ਮਾਨਸਿਕ, ਅੰਤਮ ਰੂਪ ਵਿੱਚ ਸਮਾਜਿਕ ਪ੍ਰਾਰਥਨਾ ਹੀ ਹੁੰਦਾ ਹੈ। ਨਿਰੰਤਰ ਕੀਤੇ ਗਏ ਕੰਮ ਵਿੱਚ ਮੈਂ ਮਮਤਾ ਆਪਣੇ ਆਪ ਹੀ ਮਰ ਜਾਂਦਾ ਹੈ। ਜੇ ਬੀਜ ਦੇ ਕੋਸ਼ ਸਜੀਵ ਹਨ, ਤਾਂ ਧਰਤੀ ਦੀ ਕੋਈ ਵੀ ਸ਼ਕਤੀ ਉਸ ਨੂੰ ਧਰਤੀ ਦੀ ਤਹਿ ਵਿੱਚੋਂ ਬਾਹਰ ਆ ਕੇ ਨੰਨੇ ਪੌਦੇ ਦੇ ਰੂਪ ਵਿੱਚ ਵਧਣ ਫੁੱਲਣ ਤੋਂ ਰੋਕ ਨਹੀਂ ਸਕਦੀ। ਇਸ ਵਿੱਚ ਭਾਵੇਂ ਲਘੂ ਸ਼ਕਤੀ ਹੁੰਦੀ ਹੈ, ਪਰ ਉਹ ਇਤਨੀ ਅਨੰਤ ਹੁੰਦੀ ਹੈ ਕਿ ਉਹ ਨੰਨਾ ਪੌਦਾ ਆਪਣਾ ਸਿਰ ਸੂਰਜ ਵੱਲ ਉੱਚਾ ਕਰਕੇ ਵਧਦਾ ਹੈ। ਉਹ ਸ਼ਕਤੀ ਮਨੁੱਖ ਵਿੱਚ ਵੀ ਮੌਜੂਦ ਹੈ, ਜਿਸ ਨੂੰ ਪ੍ਰੇਮ ਸਜੀਵ ਬਣਾ ਦਿੰਦਾ ਹੈ। ਪ੍ਰੇਮ ਨੂੰ ਸੋਹਾਂ ਦੁਆਰਾ ਭਰਮਾਇਆ ਨਹੀਂ ਜਾ ਸਕਦਾ। ਕੋਈ ਵੀ ਸਿੱਖ ਅਜਿਹੀ ਸਹੁੰ ਨਹੀਂ ਖਾਏਗਾ। ਭਾਰਤ ਦੇ ਸਾਧਾਰਨ ਲੋਕ ਮਤ ਲਈ ਨਾਟਕੀ ਢੰਗ ਨਾਲ ਕਿਸੇ ਵਿਅਕਤੀ ਦਾ ਹੱਠੀ ਰੂਪ ਦੀਆਂ ਪ੍ਰਤਿਗਿਆਵਾਂ ਕਰਕੇ ਤਿਆਗ ਕਰਨਾ ਬੜਾ ਉਤੇਜਿਤ ਕਰਨ ਵਾਲਾ ਤੇ ਸ੍ਰੇਸ਼ਟ ਕਰਮ ਹੁੰਦਾ ਹੈ, ਅਤੇ ਕਈ ਇਸ ਤਰ੍ਹਾਂ ਕਰਨ ਲਈ ਮਜਬੂਰ ਹੋ ਜਾਂਦੇ ਹਨ। ਪਰ ਇਹਨਾਂ ਵਿੱਚੋਂ ਬਹੁਤੇ ਵਿਰਲੇ ਹੀ ਉੱਚ ਮਾਨਸਿਕਤਾ ਦੇ ਧਾਰਨੀ ਬਣਦੇ ਹਨ, ਜਿਨ੍ਹਾਂ ਤੋਂ ਕਿ ਲੋਕ ਭਖਦੀ ਜੀਵਨ ਚੰਗਿਆੜੀ ਪ੍ਰਾਪਤ ਕਰ ਸਕਦੇ ਹਨ। ਫਿਰ ਦੁਹਰਾ ਦਈਏ, ਜੇ ਬੀਜ ਦੇ ਕੋਸ਼ ਸਜੀਵ ਹਨ, ਤਾਂ ਧਰਤੀ ਦੀ ਕੋਈ ਵੀ ਸ਼ਕਤੀ ਉਸ ਨੂੰ ਧਰਤੀ ਦੀ ਤਹਿ ਵਿੱਚੋਂ ਬਾਹਰ ਆ ਕੇ ਨੰਨੇ ਪੌਦੇ ਦੇ ਰੂਪ ਵਿੱਚ ਵਧਣ ਫੁੱਲਣ ਤੋਂ ਰੋਕ ਨਹੀਂ ਸਕਦੀ। ਇਸ ਵਿੱਚ ਭਾਵੇਂ ਲਘੂ ਸ਼ਕਤੀ ਹੁੰਦੀ ਹੈ, ਪਰ ਉਹ ਇਤਨੀ ਅਨੰਤ ਹੁੰਦੀ ਹੈ ਕਿ ਉਹ ਨੰਨਾ ਪੌਦਾ ਆਪਣਾ ਸਿਰ ਸੂਰਜ ਵੱਲ ਉੱਚਾ ਕਰਕੇ ਵਧਦਾ ਹੈ। ਉਹ ਸ਼ਕਤੀ ਮਨੁੱਖ ਵਿੱਚ ਵੀ ਮੌਜੂਦ ਹੈ, ਜਿਸ ਨੂੰ ਪ੍ਰੇਮ ਸਜੀਵ ਬਣਾ ਦਿੰਦਾ ਹੈ। ਪ੍ਰੇਮ ਨੂੰ ਸਹੁੰਆਂ ਦੁਆਰਾ ਭਰਮਾਇਆ ਨਹੀਂ ਜਾ ਸਕਦਾ। ਕੋਈ ਵੀ ਸਿੱਖ ਅਜਿਹੀ ਸਹੁੰ ਨਹੀਂ ਖਾਏਗਾ। ਭਾਰਤ ਦੇ ਸਾਧਾਰਨ ਲੋਕ ਮਤ ਲਈ ਨਾਟਕੀ ਢੰਗ ਨਾਲ ਕਿਸੇ ਵਿਅਕਤੀ ਦਾ ਹੱਠੀ ਰੂਪ ਦੀਆਂ ਪ੍ਰਤਿਗਿਆਵਾਂ ਕਰਕੇ ਤਿਆਗ ਕਰਨਾ ਬੜਾ ਉਤੇਜਿਤ ਕਰਨ ਵਾਲਾ ਤੇ ਸ੍ਰੇਸ਼ਟ ਕਰਮ ਹੁੰਦਾ ਹੈ, ਅਤੇ ਕਈ ਇਸ ਤਰ੍ਹਾਂ ਕਰਨ ਲਈ ਮਜਬੂਰ ਹੋ ਜਾਂਦੇ ਹਨ। ਪਰ ਉਹਨਾਂ ਵਿੱਚੋਂ ਬਹੁਤੇ ਵਿਰਲੇ ਹੀ ਉੱਚ ਮਾਨਸਿਕਤਾ ਦੇ ਧਾਰਨੀ ਬਣਦੇ ਹਨ, ਜਿਨ੍ਹਾਂ ਤੋਂ ਕਿ ਲੋਕ ਭਖਦੀ ਜੀਵਨ ਚੰਗਿਆੜੀ ਪ੍ਰਾਪਤ ਕਰ ਸਕਦੇ ਹਨ। ਮੰਦੇ ਭਾਗਾਂ ਨੂੰ ਸਿੱਖ ਗੁਰੂ ਸਾਹਿਬਾਨ ਦੇ ਕਰਮ ਖੇਤਰ ਦੇ ਘੇਰੇ ਵਿੱਚ ਆਉਣ ਵਾਲੀਆਂ ਮਹਾਨ ਤੇ ਸੱਚੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਕੌਮਾਂ ਜਾਂ ਜਾਤੀਆਂ ਅਜਿਹੇ ਧਰਮਾਂ ਵਿੱਚੋਂ ਹੋਂਦ ਵਿੱਚ ਆਈਆਂ, ਜਿਨ੍ਹਾਂ ਨੂੰ ਧਰਮ ਸ਼ਾਸਤਰ ਨੇ ਗੁਲਾਮ ਬਣਾ ਕੇ ਦੁਖੀ ਕਰ ਦਿੱਤਾ ਸੀ, ਜੋ ਵਹਿਮਾਂ ਭਰਮਾਂ ਦੇ ਭਾਰ ਥਲੇ ਦੱਬੇ ਤੇ ਨਿਰਾਰਥਕ ਕਿਆਸਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਭਾਰਤ ਦੀ ਦੇਣ ਸਨ। ਗੁਰੂ ਨਾਨਕ ਦੇਵ ਜੀ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਵੀ ਗਏ ਤੇ ਆਪ ਨੇ ਆਪਣੀ ਵਿਸ਼ਵ ਵਿਆਪੀ ਹਮਦਰਦੀ ਨੂੰ ਸਭ ਵਿੱਚ ਵੰਡਿਆ। ਆਪ ਵਿਭਿੰਨ ਕੌਮਾਂ ਦੇ ਲੋਕਾਂ ਤੱਕ ਪੁੱਜੇ ਤੇ ਉਹਨਾਂ ਦੇ ਸਨਮਾਨਯੋਗ ਅਤਿਥੀ ਬਣੇ। ਆਪ ਹੁਣ ਵੀ ਅਜਿਹੇ ਹੀ ਹਨ। ਪ੍ਰੇਮ ਦੁਆਰਾ ਆਪ ਜੀ ਨੂੰ ਨਿਰੰਤਰ ਯਾਦ ਕੀਤਾ ਜਾਂਦਾ ਹੈ। ਪ੍ਰੇਮ ਦੀ ਛੋਹ ਮਨੁੱਖ ਦੇ ਸਰੀਰ ਨੂੰ ਅੰਧਕਾਰਮਈ ਅਗਿਆਨ ਵਿੱਚ ਵੀ ਖੁਸ਼ੀ ਦਾ ਆਭਾਸ ਕਰਾਉਂਦੀ ਹੈ, ਤੇ ਉਸ ਦੀਆਂ ਹੱਡੀਆਂ ਨੂੰ ਇੰਝ ਆਭਾਸ ਹੁੰਦਾ ਹੈ ਜਿਵੇਂ ਕਿਸੇ ਨੇ ਉਹਨਾਂ ਨੂੰ ਆ ਕੇ ਅਤੇ ਚੁੰਮ ਕੇ ਸਵਾਦ ਕਰ ਦਿੱਤਾ ਹੋਵੇ। ਸਿਮਰਨ ਤਾਂ ਜਵਾਨੀ ਵਾਲੀ ਜੀਵਨ ਤਰੰਗ ਹੁੰਦਾ ਹੈ। ਫਿਰ ਦੁਹਰਾ ਦਈ, ਗੁਰੂ ਨਾਨਕ ਦੇਵ ਜੀ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਵੀ ਗਏ ਤੇ ਆਪ ਨੇ ਆਪਣੀ ਵਿਸ਼ਵ ਵਿਆਪੀ ਹਮਦਰਦੀ ਨੂੰ ਸਭ ਵਿੱਚ ਵੰਡਿਆ। ਆਪ ਵਿਭਿੰਨ ਕੌਮਾਂ ਦੇ ਲੋਕਾਂ ਤੱਕ ਪੁੱਜੇ ਤੇ ਉਹਨਾਂ ਦੇ ਸਨਮਾਨਯੋਗ ਅਤਿਥੀ ਬਣੇ। ਆਪ ਹੁਣ ਵੀ ਅਜਿਹੇ ਹੀ ਹਨ। ਪ੍ਰੇਮ ਦੁਆਰਾ ਆਪ ਜੀ ਨੂੰ ਨਿਰੰਤਰ ਯਾਦ ਕੀਤਾ ਜਾਂਦਾ ਹੈ।
ਪ੍ਰੇਮ ਦੀ ਛੋ ਮਨੁੱਖ ਦੇ ਸਰੀਰ ਨੂੰ ਅੰਧਕਾਰਮਈ ਅਗਿਆਨ ਵਿੱਚ ਵੀ ਖੁਸ਼ੀ ਦਾ ਆਭਾਸ ਕਰਾਉਂਦੀ ਹੈ ਤੇ ਉਸ ਦੀਆਂ ਹੱਡੀਆਂ ਨੂੰ ਇੰਜ ਆਭਾਸ ਹੁੰਦਾ ਹੈ ਜਿਵੇਂ ਕਿਸੇ ਨੇ ਉਹਨਾਂ ਨੂੰ ਆ ਕੇ ਅਤੇ ਚੁੰਮ ਕੇ ਸਵਾਦ ਕਰ ਦਿੱਤਾ ਹੋਵੇ। ਸਿਮਰਨ ਤਾਂ ਜਵਾਨੀ ਵਾਲੀ ਜੀਵਨ ਤਰੰਗ ਹੁੰਦਾ ਹੈ। ਕੇਵਲ ਘੱਟ ਵਿਕਸਿਤ ਜੀਵਨ ਹੀ ਇਸ ਦੇ ਵੇਗ ਨੂੰ ਕਦੀ ਕਦਾਈ ਅਨੁਭਵ ਕਰਦਾ ਹੈ, ਪਰ ਉਚੇਰੇ ਪ੍ਰਗਤੀਮਈ ਪ੍ਰਤਿਭਾਵਾਨ ਵਿਅਕਤੀ ਦੀ ਹਾਲਤ ਵਿੱਚ ਸਿਮਰਨ ਪ੍ਰਭੂ ਪ੍ਰੀਤਮ ਤੋਂ ਵਿਯੋਗ ਅਵਸਥਾ ਵਿੱਚ ਵੀ ਸੰਜੋਗ ਦੇ ਆਨੰਦ ਨੂੰ ਪ੍ਰਦਾਨ ਕਰਦਾ ਹੈ। ਇਸੇ ਲਈ ਅਜਿਹੇ ਵਿਅਕਤੀ ਨਿਰੰਤਰ ਸਿਮਰਨ ਤੇ ਪ੍ਰਭੂ ਨਾਮ ਦੇ ਬਾਰੰਬਾਰ ਦੁਹਰਾਵ ਨੂੰ ਨਾ ਤਾਂ ਕੋਈ ਭਾਰ ਮਹਿਸੂਸ ਕਰਦੇ ਹਨ, ਨਾ ਕਿਸੇ ਪ੍ਰਕਾਰ ਦਾ ਕੋਈ ਬੰਧਨ। ਫਿਰ ਦੁਹਰਾ ਦਈਏ, ਪਰ ਉਚੇਰੇ ਪ੍ਰਗਤੀਮਈ ਪ੍ਰਤਿਭਾਵਾਨ ਵਿਅਕਤੀ ਦੀ ਹਾਲਤ ਵਿੱਚ ਸਿਮਰਨ ਪ੍ਰਭੂ ਪ੍ਰੀਤਮ ਤੋਂ ਵਿਯੋਗ ਅਵਸਥਾ ਵਿੱਚ ਵੀ ਸੰਜੋਗ ਦੇ ਆਨੰਦ ਨੂੰ ਪ੍ਰਦਾਨ ਕਰਦਾ ਹੈ। ਇਸੇ ਲਈ ਅਜਿਹੇ ਵਿਅਕਤੀ ਨਿਰੰਤਰ ਸਿਮਰਨ ਤੇ ਪ੍ਰਭੂ ਨਾਮ ਦੇ ਬਾਰੰਬਾਰ ਦੁਹਰਾਵ ਨੂੰ ਨਾ ਤਾਂ ਕੋਈ ਭਾਰ ਮਹਿਸੂਸ ਕਰਦੇ ਹਨ, ਨਾ ਕਿਸੇ ਪ੍ਰਕਾਰ ਦਾ ਕੋਈ ਬੰਧਨ। ਗੁਰੂ ਨਾਨਕ ਦੇਵ ਜੀ ਤਾਂ ਚੰਨ ਚਾਨਣੀ ਦੀਆਂ ਰਿਸ਼ਮਾਂ, ਸੂਰਜ ਦੀਆਂ ਕਿਰਨਾਂ, ਬਨਾਂ ਦੇ ਕੰਬਦੇ ਸਰਸਰਾਂ ਦੇ ਪੱਤਿਆਂ ਤੇ ਉਹਨਾਂ ਬਨਾਂ ਨੂੰ ਨਿਹਾਰ ਕੇ ਭਾਵਾਵੇਸ਼ ਦੀ ਅਜਿਹੀ ਪ੍ਰੇਰਨਾਸ਼ੀਲ ਅਵਸਥਾ ਵਿੱਚ ਆ ਜਾਂਦੇ ਹਨ ਜਿਹੜੇ ਪ੍ਰਭੂ ਦਾ ਨਿਰੰਤਰ ਨਾਮ ਸਿਮਰਨ ਕਰ ਰਹੇ ਹਨ। ਅਸੀਂ ਲੋਕ ਜਿਹੜੇ ਇਸਤਰੀਆਂ ਤੇ ਬੱਚਿਆਂ ਦੇ ਪ੍ਰੇਮ ਵਿੱਚ ਕਦੀ-ਕਦੀ ਪ੍ਰੇਮ ਦੀ ਅਜਿਹੀ ਤੀਬਰ ਅਵਸਥਾ ਨੂੰ ਅਨੁਭਵ ਕਰਦੇ ਹਾਂ, ਗੁਰੂ ਜੀ ਦੇ ਨਾਮ ਅਤੇ ਸਿਮਰਨ ਵੱਲ ਵਾਰ-ਵਾਰ ਜ਼ੋਰ ਦੇਣ ਬਾਰੇ ਕਦੀ ਵੀ ਜਾਣ ਨਹੀਂ ਸਕਦੇ। ਸਿਮਰਨ ਜਾਂ ਨਾਮ ਅਭਿਆਸ ਸਾਨੂੰ ਬੜਾ ਨਿਰਾਰਥਕ ਤੇ ਨਾ ਸਮਝ ਵਿੱਚ ਆਉਣ ਵਾਲੀ ਕਿਰਿਆ ਜਾਪਦੀ ਹੈ। ਕੇਵਲ ਇਹੋ ਗੱਲ ਹੀ ਸਿੱਧ ਕਰਦੀ ਹੈ ਕਿ ਸਾਡੀ ਮਾਨਸਿਕ ਦਸ਼ਾ ਤੇ ਗੁਰੂ ਸਾਹਿਬ ਦੀ ਉਚੇਰੀ ਪ੍ਰਗੀਤਕ ਅਵਸਥਾ ਵਿੱਚ ਕਿੰਨਾ ਅੰਤਰ ਹੈ। ਫਿਰ ਦੁਹਰਾ ਦਈਏ ਕਿ ਅਸੀਂ ਲੋਕ ਜਿਹੜੇ ਇਸਤਰੀਆਂ ਤੇ ਬੱਚਿਆਂ ਦੇ ਪ੍ਰੇਮ ਵਿੱਚ ਕਦੀ-ਕਦੀ ਪ੍ਰੇਮ ਦੀ ਅਜਿਹੀ ਤੀਬਰ ਅਵਸਥਾ ਨੂੰ ਅਨੁਭਵ ਕਰਦੇ ਹਾਂ, ਗੁਰੂ ਜੀ ਦੇ ਨਾਮ ਅਤੇ ਸਿਮਰਨ ਵੱਲ ਵਾਰ-ਵਾਰ ਜ਼ੋਰ ਦੇਣ ਬਾਰੇ ਕਦੀ ਵੀ ਜਾਣ ਨਹੀਂ ਸਕਦੇ। ਸਿਮਰਨ ਜਾਂ ਨਾਮ ਅਭਿਆਸ ਸਾਨੂੰ ਬੜਾ ਨਿਰਾਰਥਕ ਤੇ ਨਾ ਸਮਝ ਵਿੱਚ ਆਉਣ ਵਾਲੀ ਕਿਰਿਆ ਜਾਪਦੀ ਹੈ। ਕੇਵਲ ਇਹੋ ਗੱਲ ਹੀ ਸਿੱਧ ਕਰਦੀ ਹੈ ਕਿ ਸਾਡੀ ਮਾਨਸਿਕ ਦਸ਼ਾ ਤੇ ਗੁਰੂ ਸਾਹਿਬ ਦੀ ਉਚੇਰੀ ਪ੍ਰਗੀਤਕ ਅਵਸਥਾ ਵਿੱਚ ਕਿੰਨਾ ਅੰਤਰ ਹੈ। ਪਰ ਅਸੀਂ ਆਪਣੇ ਪ੍ਰੇਮ ਦੁਆਰਾ ਉਤੇਜਿਤ ਮਨੋ ਦਸ਼ਾ ਵਿੱਚ ਵਿਚਰ ਕੇ ਉਸ ਉਚੇਰੀ ਪ੍ਰਗੀਤਕ ਅਵਸਥਾ ਬਾਰੇ ਥੋੜਾ ਬਹੁਤ ਹੀ ਅਨੁਭਵ ਕਰ ਸਕਦੇ ਹਾਂ, ਜੋ ਸਾਡੀ ਕਲਪਨਾ ਤੋਂ ਪਰੇ ਦੀ ਅਵਸਥਾ ਹੈ ਤੇ ਜਿਸ ਨੂੰ ਗੁਰੂ ਜੀ ਨਾਮ ਤੇ ਸਿਮਰਨ ਦੀ ਸੰਗਿਆ ਦਿੰਦੇ ਹਨ। ਪੈਗੰਬਰ ਮੁਹੰਮਦ ਇਸ ਅਵਸਥਾ ਵਿੱਚ ਪਹੁੰਚ ਕੇ ਉਹਨਾਂ ਲੋਕਾਂ ਨੂੰ ਕਾਫਰ ਆਖਦੇ ਹਨ ਜਿਹੜੇ ਇਸ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕਦੇ ਅਤੇ ਉਹਨਾਂ ਦੇ ਜੀਵਨ ਨੂੰ ਲੰਮੇ ਦੁੱਖਾਂ ਨਾਲ ਭਰਪੂਰ ਦੱਸਦੇ ਹਨ। ਸ਼ੌਕ ਪੈਗੰਬਰ ਸਾਹਿਬ ਦੀ ਇਹ ਤੀਬਰ ਆਨੰਦਮਈ ਅਵਸਥਾ ਕਾਫਰਾਂ ਦੀ ਮ੍ਰਿਤੂ ਦਾ ਕਾਰਨ ਬਣ ਗਈ, ਪਰ ਗੁਰੂ ਸਾਹਿਬ ਨੇ ਤਾਂ ਜੋ ਵੀ ਉਹਨਾਂ ਦੀ ਹਜ਼ੂਰੀ ਵਿੱਚ ਆਇਆ ਨੂੰ ਆਪਣੀ ਇੱਕ ਛੋਹ ਮਾਤਰ ਯਾਨੀ ਨਦਰ ਕਰਮ ਨਾਲ ਮਨੁੱਖ ਤੋਂ ਦੇਵਤਾ ਬਣਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦਾ ਵਾਕ ਹੈ, ਗੁਰੂ ਜੀ ਨੇ ਤਾਂ ਆਪਣੇ ਹੱਥ ਮੇਰੇ ਮਸਤਕ ਉੱਤੇ ਰੱਖੇ ਅਤੇ ਇਸ ਨਾਲ ਮੇਰੇ ਅੰਦਰਲੇ ਸਾਰੇ ਔਗਣਾਂ ਨੂੰ ਬਾਹਰ ਕੱਢ ਦਿੱਤਾ। ਗੁਰੂ ਜੀ ਤਾਂ ਉਚੇਰਾ ਉੱਠਦੇ ਹਨ, ਮਨੁੱਖ ਦੇ ਸਦਾਚਾਰਾਂ ਨੂੰ ਹੀ ਧਰਮ ਥਾਪਦੇ ਹਨ। ਆਪ ਉਹਨਾਂ ਦੀ ਮਨੁੱਖ ਤੋਂ ਗੀਤ ਦੇ ਸ਼ਬਦ ਦੇ ਰੂਪ ਵਿੱਚ ਕਾਇਆ ਕਲਪ ਕਰ ਜਾਂਦੇ ਹਨ। ਸੰਗੀਤ ਤਾਂ ਅੰਮ੍ਰਿਤ ਧਾਰਾ ਦੀ ਰਿਮ-ਚਿਮ ਵਰਖਾ ਹੁੰਦੀ ਹੈ। ਮਨੁੱਖ ਦਾ ਸਾਰਾ ਵਜੂਦ ਸੰਗੀਤ ਦਾ ਰੂਪ ਧਾਰਨ ਕਰ ਲੈਂਦਾ ਹੈ। ਅਜਿਹੀ ਉਚੇਰੀ ਅਵਸਥਾ ਵਿੱਚ ਸੰਗੀਤਕ ਥਰਥਰਾਹਟ ਤੋਂ ਬਿਨਾਂ ਹੋਰ ਕੁਝ ਹੋ ਹੀ ਨਹੀਂ ਸਕਦਾ। ਗੁਰੂ ਜੀ ਤਾਂ ਈਸਾਈਆਂ, ਯਹੂਦੀਆਂ, ਮੁਸਲਮਾਨਾਂ ਅਤੇ ਹਿੰਦੂਆਂ ਸਭਨਾਂ ਦੇ ਹਨ। ਉਹਨਾਂ ਦੇ ਸਿੱਖ ਵਿਸ਼ਵ ਵਿਆਪੀ ਹਨ। ਗੁਰੂ ਜੀ ਦੇ ਸਿੱਖ ਤਾਂ ਉਹ ਸੈਨਿਕ ਹਨ ਜੋ ਸਾਰੀ ਮਾਨਵ ਜਾਤੀ ਦੀ ਸੇਵਾ ਲਈ ਹਾਜ਼ਰ ਰਹਿੰਦੇ ਹਨ। ਗੁਰੂ ਜੀ ਦੇ ਸਿੱਖ ਤਾਂ ਮਨੁੱਖਤਾ ਦੀ ਸੇਵਾ ਦੇ ਤੁਰੰਤ ਪ੍ਰਾਪਤ ਹੋਏ ਅਵਸਰ ਨੂੰ ਪ੍ਰੇਮ ਕਰਦੇ ਹਨ ਅਤੇ ਇਸ ਵਿੱਚੋਂ ਗੁਰੂ ਜੀ ਦੀ ਤੀਬਰ ਪ੍ਰੇਮ ਭਾਵਨਾ ਨੂੰ ਅਨੁਭਵ ਕਰਦੇ ਹਨ। ਗੁਰੂ ਜੀ ਦੇ ਇਸ ਕੇਂਦਰੀ ਪ੍ਰਕਾਸ਼ ਦੀ ਅਣਹੋਂਦ ਵਿੱਚ ਸਿੱਖ ਦਾ ਸਮਰਪਣ ਭਾਵ ਪਾਪ ਹੋ ਨਿਬੜਦਾ ਹੈ। ਉਸ ਦੀ ਸੇਵਾ ਨਿਰਜਿੰਦ ਤੇ ਸਰਾਪ
ਸੰਤਾਪ ਬਣ ਜਾਂਦੀ ਹੈ। ਫਿਰ ਦੁਹਰਾ ਦਈਏ, ਗੁਰੂ ਜੀ ਦੇ ਸਿੱਖ ਤਾਂ ਮਨੁੱਖਤਾ ਦੀ ਸੇਵਾ ਦੇ ਤੁਰੰਤ ਪ੍ਰਾਪਤ ਹੋਏ ਅਵਸਰ ਨੂੰ ਪ੍ਰੇਮ ਕਰਦੇ ਹਨ ਅਤੇ ਇਸ ਵਿੱਚੋਂ ਗੁਰੂ ਜੀ ਦੀ ਤੀਬਰ ਪ੍ਰੇਮ ਭਾਵਨਾ ਨੂੰ ਅਨੁਭਵ ਕਰਦੇ ਹਨ। ਗੁਰੂ ਜੀ ਦੇ ਇਸ ਕੇਂਦਰੀ ਪ੍ਰਕਾਸ਼ ਦੀ ਅਣਹੋਂਦ ਵਿੱਚ ਸਿੱਖ ਦਾ ਸਮਰਪਣ ਭਾਵ ਪਾਪ ਹੋ ਨਿਬੜਦਾ ਹੈ। ਉਸ ਦੀ ਸੇਵਾ ਨਿਰਜਿਨ ਤੇ ਸਰਾਪ ਸੰਤਾਪ ਬਣ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।